ਪਹਿਲੀ ਵਾਰੀ ਇਹ ਹੋਇਆ ਕਿ ਇਸ ਯੂਨੀਵਰਸਿਟੀ ਦਾ ਜਿਹੜਾ BC ਹੈ ਉਹ ਬਾਹਰਲੀ ਸਟੇਟ ਤੋਂ ਬਨਾਰਸ ਤੋਂ ਲਿਆ ਕੇ ਇੱਥੇ ਲਾ ਦਿੱਤਾ ਗਿਆ ਹੈ। ਉਹਦਾ ਕੋਈ ਪੰਜਾਬ ਨਾਲ ਪੰਜਾਬੀ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਲੀਡਰਾਂ ਦੇ ਮੁੱਦੇ ਆ, ਇਹਦੀ ਜ਼ਿੰਮੇਵਾਰੀ ਮੂਹਰੇ ਹੋ ਕੇ ਸਰਕਾਰ ਨੂੰ ਲੈਣੀ ਚਾਹੀਦੀ ਹੈ। लगता नहीं कि फिर कैप्टन अमरिंदर सिंह उन्होंने भी इंटरवीन करना चाहिए क्योंकि बहुत बड़ा मुद्दा है जिस लैके सारिया सियासी लोग भी आ रहे हैं, किसान अंदोलन ਨਾਲ जुड़े लोग भी आ रहे हैं। ਇੱਥੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਹੀ ਪਹਿਲ ਦੇ ਆਧਾਰ ਤੇ ਜਿਹੜਾ ਬਿਆਨ ਉਹਨਾਂ ਦਾ ਹੀ ਆਉਣਾ ਚਾਹੀਦਾ ਸੀ ਕਿ ਯੂਨੀਵਰਸਿਟੀ ਤੇ ਪੰਜਾਬ ਦਾ ਹੱਕ ਹੈ। ਸੈਨੇਟ ਜਿਹੜੇ ਵੀ ਤਰੀਕੇ ਨਾਲ ਇਹਨੂੰ ਚਲਾ ਰਹੀ ਹੈ ਇਹ ਉਵੇਂ ਹੀ ਚੱਲੂਗਾ। ਐਮੀ ਵਿਰਕ ਦਾ ਘਿਰਾਅ ਹੋ ਰਿਹਾ, ਐਮੀ ਵਿਰਕ ਸਫਾਈ ਦੇ ਰਿਹਾ ਕਿ ਮੈਂ ਪੰਜਾਬ ਦਾ ਪੁੱਤ ਹਾਂ, ਮੈਂ ਗਦਾਰ ਨਹੀਂ, ਗਦਾਰ ਤੱਕ ਕਿਹਾ ਜਾ ਰਿਹਾ। ਇਸ ਚੀਜ਼ ਨੂੰ ਕਿੱਦਾਂ ਦੇਖਦਾ ਜਸਪਾਲ? ਭਾਈ ਇਹ ਜਿਹੜਾ ਗਦਾਰ ਵਾਲਾ ਸਿਸਟਮ ਚੱਲ ਪਿਆ ਨਾ ਇਹ ਬਹੁਤ ਖਤਰਨਾਕ ਹੈ ਕਿ ਅਸੀਂ ਆਪਦੇ ਲੋਕਾਂ ਨੂੰ ਇਹ ਕਹਿਣ ਲੱਗੇ ਵੀ ਆਹ ਗਦਾਰ ਹੈ, ਉਹ ਗਦਾਰ ਹੈ, ਇਹ ਗਦਾਰ ਹੈ। ਇਹ ਲੱਗਦਾ ਕਿ ਐਮੀ ਵਿਰਕ ਕਿਸਾਨ ਨਹੀਂ, ਜਾਂ ਉਹ ਪਿੰਡਾਂ ਚ ਉੱਠ ਕੇ ਨਹੀਂ ਆਇਆ, ਜਾਂ ਉਹ ਖੇਤੀਬਾੜੀ ਦੇ ਨਾਲ ਰਿਲੇਟਡ ਨਹੀਂ ਹੈਗਾ। ਬਿਲਕੁਲ ਹੈਗਾ। ਦੂਜੀ ਵੱਡੀ ਗੱਲ ਇਹ ਹੈ ਕਿ ਉਹਦੇ ਸਿਰ ਤੇ ਪੱਗ ਹੈ ਜਿਹੜੀ ਸਾਨੂੰ ਪੂਰੀ ਦੁਨੀਆ ਦੇ ਵਿੱਚ ਰਿਪਰੈਜ਼ੈਂਟ ਕਰਦੀ ਹੈ ਤੇ ਉਹ ਸਾਡੀ ਉਹ ਸ਼ਾਨ ਹੈ। ਵਿਰਕ ਨੇ ਵੀ ਕੱਲ੍ਹ ਵਾਲੀ ਇੰਟਰਵਿਊ 'ਚ ਵੀ ਸਾਰਾ ਕੁਝ ਦੱਸਤਾ, ਪਰ ਬੰਦਾ ਨਾ ਅੰਦਰੋਂ ਟੁੱਟ ਜਾਂਦਾ ਜਦੋਂ ਤੁਸੀਂ ਕਿਸੇ ਬੰਦੇ ਦੇ ਘਰ ਦੇ ਮੂਹਰੇ ਜਾ ਕੇ ਪੁਤਲੇ ਫੂਕਣ ਤੱਕ ਗੱਲ ਪਹੁੰਚ ਜਾਂਦੀ ਹੈ, ਜਦੋਂ ਤੁਸੀਂ ਗਦਾਰ ਕਹਿਣਾ ਸ਼ੁਰੂ ਕਰ ਦਿੰਦੇ ਹੋ। ਕਿਸਾਨ ਅੰਦੋਲਨ ਜਦੋਂ ਦਾ ਚੱਲਿਆ, ਕਿਸਾਨ ਅੰਦੋਲਨ ਨੇ ਲੋਕਾਂ ਨੂੰ ਇਕੱਠਿਆਂ ਕਰ ਦਿੱਤਾ। ਵੱਖ-ਵੱਖ ਮੁੱਦਿਆਂ ਤੇ ਲੋਕ ਮਿੰਟਾਂ ਸਕਿੰਟਾਂ ਦੇ ਵਿੱਚ ਇਕੱਠੇ ਹੋ ਕੇ ਪਹੁੰਚ ਜਾਂਦੇ ਨੇ, ਭਾਵੇਂ ਕਿਸੇ ਦੇ ਖਿਲਾਫ ਵੀ ਵਿਰੋਧ ਪ੍ਰਦਰਸ਼ਨ ਹੋਵੇ। ਇਸੇ ਤਰ੍ਹਾਂ ਹੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਚੋਣਾਂ ਦਾ ਮੁੱਦਾ ਹੈ ਤਾਂ ਕਿਸਾਨ ਵੀ ਇਕੱਠੇ ਹੋ ਕੇ ਪਹੁੰਚੇ, ਆਰਟਿਸਟ ਵੀ ਇੱਥੇ ਪਹੁੰਚ ਰਹੇ ਨੇ ਤਾਂ तमाम ਲੋਕ ਜਿਹੜੇ ਵਿਦਿਆਰਥੀਆਂ ਨੂੰ ਸਪੋਰਟ ਕਰਨ ਵਾਸਤੇ ਪਹੁੰਚ ਰਹੇ। ਬੇਸ਼ੱਕ ਉਹਨਾਂ ਦਾ ਯੂਨੀਵਰਸਿਟੀ ਨਾਲ ਵਾਸਤਾ ਹੋਵੇ ਭਾਵੇਂ ਨਾ ਹੋਵੇ। ਜਸ ਬਾਜਵਾ ਹੁਣੇ ਵੀ ਪਹੁੰਚੇ, ਜਸ ਬਾਜਵਾ ਸਾਡੇ ਨਾਲ ਮੌਜੂਦ ਹੈ। ਜਸ ਬਾਜਵਾ ਕਿਸਾਨੀ ਸੰਘਰਸ਼ ਦੀਆਂ ਸਟੇਜਾਂ ਤੇ ਵੀ ਨਜ਼ਰ ਆਉਂਦੇ ਆ, ਇਹਨਾਂ ਦੇ ਗੀਤ ਵੀ ਆਏ ਸੰਘਰਸ਼ ਨੂੰ ਸਪੋਰਟ ਕਰਨ ਵਾਲੇ, ਔਰ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਜਸ ਪਹੁੰਚੇ ਆ। ਗੱਲਬਾਤ ਕਰਦੇ ਹਾਂ। ਜਸ, ਕਿਸ ਤਰ੍ਹਾਂ ਦੇਖਿਆ ਜਾਵੇ ਕਿਸਾਨੀ ਅੰਦੋਲਨ ਨੇ ਇੱਕ ਅਲਖ ਜਗਾ ਦਿੱਤੀ ਹੈ ਔਰ ਉਸੇ ਤਰ੍ਹਾਂ ਇੱਥੇ ਕਿਸਾਨ ਵੀ ਪਹੁੰਚੇ, ਉਹਨਾਂ ਨੇ ਵੀ, ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਕਿ ਅਸੀਂ ਵਿਦਿਆਰਥੀਆਂ ਨੂੰ ਸਪੋਰਟ ਕਰਾਂਗੇ। ਕਿਸ ਤਰ੍ਹਾਂ ਦੇਖਦੇ ਹੋ, ਇੱਕ ਚੇਂਜ ਨਜ਼ਰ ਆ ਰਿਹਾ ਹੈ ਪੂਰੇ ਸਿਸਟਮ ਦੇ ਵਿੱਚ? ਹਾਂ ਬਿਲਕੁਲ ਬਾਈ ਜੀ, ਬਦਲਾਅ ਬਹੁਤ ਵੱਡੇ ਪੱਧਰ ਤੇ ਆਇਆ, ਖਾਸ ਕਰਕੇ ਪੰਜਾਬ ਦੀ ਨੌਜਵਾਨੀ ਦੇ ਵਿੱਚ। ਤਾਂ ਇਹ ਜਿਹੜੀ ਚੰਗਿਆੜੀ ਲਾਈ ਹੈ ਇਹ ਲਾਈ ਸਾਡੇ ਧਰਨੇ ਨਹੀਂ ਆ, ਜਿਹੜੇ 3 ਕਾਲੇ ਕਾਨੂੰਨਾਂ ਦੇ ਖਿਲਾਫ ਸਾਡਾ ਜਿਹੜਾ ਪੰਜਾਬ ਦੀ ਧਰਤੀ ਤੋਂ ਸੰਘਰਸ਼ ਉੱਠਿਆ। ਹੌਲੀ 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 ਕਰਕੇ ਪੂਰੇ ਭਾਰਤ ਦਾ ਕਿਸਾਨ ਹੈ ਜਿਹੜਾ ਉਹ ਅੱਜ ਸਰਹੱਦਾਂ ਤੇ ਬੈਠਾ ਹੈ। ਤੇ ਇਹ ਵੀ ਜਿਹੜੇ ਇੱਥੇ ਸੈਨੇਟ ਦੀ ਇਲੈਕਸ਼ਨ ਦਾ ਵੀ ਮੁੱਦਾ, ਇਹ ਵੀ ਉਹਨਾਂ ਕਾਨੂੰਨਾਂ ਨਾਲ ਬਹੁਤ ਮੁੱਦਾ ਜੁੜਦਾ। ਤਾਂ ਇਹ ਆਲਰੇਡੀ ਜਦੋਂ ਕੇਂਦਰ ਦੀ ਸਰਕਾਰ ਨੂੰ ਪਤਾ ਹੈ ਕਿ ਆਲਰੇਡੀ ਪੰਜਾਬ ਪਹਿਲਾਂ ਇੱਕ ਸਟਰਗਲ ਦੇ ਦੌਰ ਚੋਂ ਨਿਕਲ ਰਿਹਾ, ਪੰਜਾਬ ਕੀ ਪੂਰੇ ਭਾਰਤ ਦਾ ਕਿਸਾਨ ਹੈ, ਪਰ ਪੰਜਾਬ ਤੇ ਹਰਿਆਣਾ ਉਹਦੇ 'ਚ ਮੇਨ ਮੋਹਰੀ ਨੇ। ਤਾਂ ਉਹ ਇੱਕ ਨਾ ਪੰਜਾਬੀ 'ਚ ਕਿਹਾ ਜਾਂਦਾ ਵੀ ਇੱਕ ਵਾਰੀ ਜੋ ਕੇ ਦੇਖੀਏ ਆਪਾਂ ਇਹਨਾਂ ਨੂੰ ਵੀ ਇਹ ਹੋਰ ਕਿੰਨਾ ਕੁ ਤੱਤਾ ਰਿਐਕਟ ਕਰਦੇ ਆ। ਤਾਂ ਇਹ ਇਲੈਕਸ਼ਨ ਵੀ ਉਸੇ ਅੰਡਰ ਆ ਕੇ ਉਹਨਾਂ ਨੇ ਕੈਂਸਲ ਕੀਤੀ ਹੈ ਵੀ ਜੇ ਅਸੀਂ ਅੱਜ ਦੇਖੀਏ ਵੀ ਕਿਸਾਨ ਨੇ ਜਿਹੜੇ ਉਹ ਸਿਰਫ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਨੇ, ਉਹ ਇਕੱਲੀ ਕਿਸਾਨੀ ਦੇ ਪ੍ਰਤੀ ਐਡੇ ਸੰਜੀਦਾ ਨੇ ਜਾਂ ਇੱਕ ਹਰ ਇੱਕ ਮੁੱਦੇ ਦੇ ਪ੍ਰਤੀ ਸੰਜੀਦਾ ਨੇ। ਤਾਂ ਪਹਿਲੀ ਤਾਂ ਗੱਲ ਇਹ ਹੈ ਕਿ ਬਹੁਤ ਚਿਰਾਂ ਬਾਅਦ ਕੀ ਪਹਿਲੀ ਵਾਰੀ ਇਹ ਹੋਇਆ ਕਿ ਇਸ ਯੂਨੀਵਰਸਿਟੀ ਦਾ ਜਿਹੜਾ BC ਹੈ ਉਹ ਬਾਹਰਲੀ ਸਟੇਟ ਤੋਂ ਬਨਾਰਸ ਤੋਂ ਲਿਆ ਕੇ ਇੱਥੇ ਲਾ ਦਿੱਤਾ ਗਿਆ ਹੈ। ਉਹਦਾ ਕੋਈ ਪੰਜਾਬ ਨਾਲ ਪੰਜਾਬੀ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਫਿਰ ਦੂਜੀ ਗੱਲ ਇਹ ਹੈ ਕਿ ਜਿਹੜਾ ਲੋਕਤੰਤਰਿਕ ਢਾਂਚਾ ਇਸ ਯੂਨੀਵਰਸਿਟੀ ਨੂੰ ਚਲਾਉਣ ਦੀ ਇੱਕ ਕਮੇਟੀ ਹੈ ਜਿਹਨੂੰ ਸੈਨੇਟ ਕਹਿ ਦਿੱਤਾ ਜਾਂਦਾ ਹੈ, ਉਹ 'ਚ 91-92 ਜਿਹੜੇ ਮੈਂਬਰ ਨੇ, ਉਹਦੇ 'ਚੋਂ 51 ਮੈਂਬਰ ਨੇ ਜਿਹੜੇ ਵੋਟਾਂ ਨਾਲ ਚੁਣ ਕੇ ਆਉਂਦੇ ਆ, ਬਾਕੀਆਂ ਨੂੰ ਉੱਤੋਂ ਸੈਂਟਰ ਜਾਂ ਸਰਕਾਰ ਇਲੈਕਟ ਕਰਦੀ ਹੈ, ਨੋਮੀਨੇਟ ਕਰਦੀ ਹੈ ਕਿ ਤੁਸੀਂ। ਹੁਣ ਇਹ ਮੈਂਬਰਾਂ ਨੇ ਹੀ ਸਾਰੇ ਡਿਸੀਜਨ ਲੈਣੇ ਹੁੰਦੇ ਆ ਕਿ ਕਿਹੜਾ ਇੱਥੇ ਕਿੰਨੀਆਂ ਫੀਸਾਂ ਹੋਣਗੀਆਂ, ਕਿਹੜੇ ਸਬਜੈਕਟ, ਕਿਹੜਾ ਅਸੀਂ ਇਹਦੇ ਵਿੱਚ ਸਿਲੇਬਸ ਐਡ ਕਰਨਾ ਹੈ, ਕਦੋਂ ਐਡਮਿਸ਼ਨਾਂ ਹੋਣਗੀਆਂ, ਕੀ ਉਹਨਾਂ ਦਾ ਪ੍ਰੋਸੈਸ ਹੋਊਗਾ। ਇੱਕ ਇਸ ਯੂਨੀਵਰਸਿਟੀ ਨਾਲ 188 ਕਾਲਜ ਨੇ ਜਿਹੜੇ ਪੰਜਾਬ ਦੇ ਕਨੈਕਟ ਹੋਏ ਆ। ਜਿਵੇਂ ਸਪੋਜ਼ ਕਰੋ ਕਿ ਸਾਡਾ ਇੱਕ ਦਰਾਹੇ ਕਾਲਜ ਹੈ, ਗੁਰੂ ਨਾਨਕ ਨੈਸ਼ਨਲ ਕਾਲਜ ਹੈ, ਉਹ ਕਨੈਕਟ ਹੈ ਪੰਜਾਬ ਯੂਨੀਵਰਸਿਟੀ ਦੇ ਨਾਲ, ਜੁੜਿਆ ਹੋਇਆ ਉੱਥੇ, ਜਿਵੇਂ ਪੰਜਾਬ ਬੋਰਡ ਦੇ ਨਾਲ ਸਕੂਲ ਜੁੜੇ ਹੋਏ ਆ। ਤਾਂ ਕੀ ਹੁੰਦਾ ਕਿ ਜਿਹੜੇ ਪ੍ਰਾਈਵੇਟ ਕਾਲਜ ਨੇ, ਤੁਸੀਂ ਸਮਝੋ ਕਿ ਉਹਨਾਂ ਦੀਆਂ ਫੀਸਾਂ ਇੰਨੀਆਂ ਕੁ ਜ਼ਿਆਦਾ ਹੈ ਕਿ ਕਿਸੇ ਨੇ ਉੱਥੇ ਕੋਈ ਐਡਮਿਸ਼ਨ ਕਰਾਉਣੀ ਹੈ, ਪਹਿਲਾਂ ਤਾਂ ਸੀਟ ਲੈਣੀ ਹੈ, ਡੋਨੇਸ਼ਨ ਬਹੁਤ ਵੱਡੇ ਪੱਧਰ 'ਤੇ ਦੇਣੀ ਪੈਂਦੀ ਹੈ। ਹੁਣ ਇਹ ਕੁਛ ਅਦਾਰੇ ਇੱਦਾਂ ਦੇ ਆ ਪੰਜਾਬ 'ਚ ਜਿਹੜੇ ਸਰਕਾਰ ਨਾਲ ਰਿਲੇਟਡ ਹੈ, ਜਿਨ੍ਹਾਂ ਦੀਆਂ ਫੀਸਾਂ ਵੀ ਬਹੁਤ ਦਾਇਰੇ ਦੇ ਵਿੱਚ ਨੇ, ਪਰ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਾਫੀ ਜਿਹੜੀ ਬੜ੍ਹਤ ਕੀਤੀ ਗਈ ਆ। ਪਰ ਫਿਰ ਵੀ
ਆਮ ਘਰਾਂ ਦੇ ਜਿਹੜੇ ਧੀਆਂ ਪੁੱਤ ਨੇ ਇੱਥੇ ਈਜ਼ੀਲੀ ਆ ਕੇ ਐਡਮਿਸ਼ਨ ਲੈ ਸਕਦੇ ਆ, ਪੜ੍ਹ ਸਕਦੇ ਆ। ਹੁਣ ਇਹ ਜਿਹੜਾ ਲੋਕਤੰਤਰਕ ਢਾਂਚਾ ਚੱਲ ਰਿਹਾ ਇਹਨੂੰ ਤੋੜ ਕੇ ਜਦੋਂ ਦੀ ਬੀਜੇਪੀ ਦੂਜੀ ਵਾਰੀ ਕਲੀਅਰ ਕੱਟ ਸੱਤਾ ਦੇ ਵਿੱਚ ਆਈ ਹੈ ਤਾਂ ਉਹਨੂੰ ਇਹ ਲੱਗਦਾ ਕਿ ਅਸੀਂ ਜੋ ਵੀ ਕਹਾਂਗੇ ਉਹੀ ਹੁਣ ਇਸ ਦੇਸ਼ ਦੇ ਵਿੱਚ ਕਾਨੂੰਨ ਬਣੂਗਾ। ਚਾਹੇ ਉਹ ਕਾਨੂੰਨਾਂ ਦੀ ਗੱਲ ਕਰ ਲਈਏ, ਖੇਤੀ ਕਾਨੂੰਨਾਂ ਦੀ ਗੱਲ ਕਰ ਲਈਏ, ਸੈਨੇਟ ਦੇ ਮੁੱਦੇ ਤੇ ਵੀ ਜਿਹੜਾ ਹੁਣ ਪੰਜਾਬ ਇਹ ਮੁੱਦਾ ਹਾਈ ਕੋਰਟ 'ਚ ਲੈ ਕੇ ਗਿਆ। ਸਾਡਾ ਕੋਈ ਵੀ ਵੱਡਾ ਮਾਣਯੋਗ ਅਦਾਲਤ ਦੇ ਵਿੱਚ ਜਾਂਦਾ ਤੇ ਅਦਾਲਤ ਦਾ ਜਿਹੜਾ ਆਦੇਸ਼ ਹੈ ਉਹ ਅਸੀਂ ਸਿਰ ਮੱਥੇ ਲੈਂਦੇ ਹਾਂ ਆਪਦੇ। ਹੁਣ ਹਾਈ ਕੋਰਟ ਇਹ ਗੱਲ ਕਹਿੰਦਾ ਹੈ, ਮਾਣਯੋਗ ਅਦਾਲਤ ਇਹ ਗੱਲ ਕਹਿੰਦੀ ਹੈ ਕਿ ਤੁਸੀਂ ਇਲੈਕਸ਼ਨ ਕਰਵਾਓ। ਉਹਦੇ ਬਾਵਜੂਦ ਵੀ ਫਿਰ ਵੀ ਇਹ ਕਦੇ ਕਰੋਨਾ ਦਾ ਹਵਾਲਾ ਦਿੰਦੇ ਆ, ਕਦੇ ਕਾਸੇ ਚੀਜ਼ ਦਾ ਮੁੱਦਾ ਦਿੰਦੇ ਆ। ਇਹ ਮਤਲਬ ਇੱਕ ਪ੍ਰੋਪੋਗੰਡੇ ਦੇ ਅਧੀਨ ਕਿ ਅਸੀਂ ਇਲੈਕਸ਼ਨ ਨਾ ਕਰਵਾਈਏ। ਸਿੱਧੇ ਤੌਰ ਤੇ ਜਿਹੜਾ ਆਰਐਸਐਸ ਦੀ ਇੱਕ ਵਿਚਾਰਧਾਰਾ ਹੈ, ਇੱਕ ਉਹਨਾਂ ਦੀ ਇੱਕ ਆਈਡੀਓਲੋਜੀ ਹੈ, ਇੱਥੇ ਲਿਆ ਕੇ ਥੋਪੀਏ। ਪੰਜਾਬ 'ਚ ਸਾਨੂੰ ਰਿਪਰੈਜ਼ੈਂਟ ਕਰਨ ਵਾਲੀ ਇਹ ਇਕੱਲੀ ਇੱਕ ਯੂਨੀਵਰਸਿਟੀ ਹੈ। ਸਾਡੇ ਬਾਪੂ ਜੀ ਪਟਵਾਰੀ ਹੈ, ਉਹਨਾਂ ਨੇ ਦੱਸਿਆ ਕਿ ਕਿਵੇਂ ਚੰਡੀਗੜ੍ਹ ਕਈ ਪਿੰਡਾਂ ਨੂੰ ਉਜਾੜ ਕੇ ਇੱਥੇ ਬਣਿਆ, ਸਾਡੀਆਂ ਜ਼ਮੀਨਾਂ ਤੇ ਬਣਿਆ। ਸਾਡਾ ਹਰਿਆਣਾ ਨਾਲ ਹਾਈ ਕੋਰਟ ਵੀ ਸਾਂਝਾ, ਸਾਡੀ ਰਾਜਧਾਨੀ ਵੀ ਸਾਂਝੀ ਹੈ। ਤੇ ਕੱਲੀ ਜਿਹੜੀ ਇਹ ਯੂਨੀਵਰਸਿਟੀ ਹੈ, ਦੇਸ਼ਾਂ ਵਿਦੇਸ਼ਾਂ 'ਚ ਵੀ ਅਸੀਂ ਜਿੱਥੇ ਜਾਈਏ, ਕਿਤੇ ਬਾਹਰ ਬੰਬੇ ਜਾਈਏ, ਜੇ ਕੋਈ ਬੰਦਾ ਇੱਥੋਂ ਪਾਸ ਆਊਟ ਆ ਉਹ ਸਾਨੂੰ ਹੁੱਬ ਕੇ ਮਿਲਦਾ ਕਿ ਯਾਰ ਤੁਹਾਡਾ ਉਸ ਯੂਨੀਵਰਸਿਟੀ ਨਾਲ ਲਗਾ ਹੈ। ਕਿਉਂਕਿ ਇੱਥੋਂ ਪੜ੍ਹ ਕੇ ਜਿੰਨੀਆਂ ਵੀ ਸਰਕਾਰਾਂ ਪੰਜਾਬ 'ਚ ਪਿੱਛੇ 70-75 ਸਾਲ 'ਚ ਰਹੀਆਂ ਨੇ, ਮੈਨੂੰ ਲੱਗਦਾ 75% ਜਿਹੜੀ ਲੀਡਰਸ਼ਿਪ ਹੈ ਉਹ ਯੂਨੀਵਰਸਿਟੀ ਦੇ ਨਾਲ ਜੁੜੀ ਹੋਈ ਹੈ। ਪਹਿਲੀ ਤਾਂ ਗੱਲ ਇਹ ਹੈ ਕਿ ਇਹਨਾਂ ਮੁੱਦਿਆਂ ਤੇ ਸਟੂਡੈਂਟਸ ਨੂੰ ਜਾਂ ਅੱਜ ਸਾਰਾ ਪੰਜਾਬ ਇਕੱਠਾ, ਚਲੋ ਚੰਗੀ ਗੱਲ ਹੈ, ਸੰਘਰਸ਼ ਕਰਨਾ ਚਾਹੀਦਾ, ਪਰ ਇਹ ਸਰਕਾਰਾਂ ਦੇ ਮੁੱਦੇ ਆ, ਲੀਡਰਾਂ ਦੇ ਮੁੱਦੇ ਆ। ਇਹਦੀ ਜ਼ਿੰਮੇਵਾਰੀ ਮੂਹਰੇ ਹੋ ਕੇ ਸਰਕਾਰ ਨੂੰ ਲੈਣੀ ਚਾਹੀਦੀ ਹੈ ਕਿ ਹੁਣ ਇਲੈਕਸ਼ਨ ਦਾ ਦੌਰ ਹੈ ਪੰਜਾਬ ਦੇ ਵਿੱਚ। ਸਾਡਾ ਜਿਹੜਾ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਣਾ, ਬੜੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਲੀਡਰ ਨੇ, ਜਿਹੜੇ ਪ੍ਰਧਾਨ ਨੇ, ਉਹ ਬਹੁਤ ਵੱਡੀਆਂ ਗੱਲਾਂ ਕਰ ਰਹੇ ਆ। ਜਿਹੜੀ ਗੱਲ ਕਰਨ ਵਾਲੀ ਹੈ ਕਿ ਸਾਡਾ ਅੱਜ ਵਾਤਾਵਰਨ, ਤੁਸੀਂ ਨੋਟ ਕੀਤਾ ਹੋਣਾ ਤੁਹਾਡੇ ਚੈਨਲ ਤੇ ਉਹ ਖਬਰ ਪਹਿਲੀ ਵਾਰੀ ਯਾਦਵਿੰਦਰ ਬਾਈ ਨੇ ਚਲਾਈ। 올림픽ਸ ਤੋਂ ਬਾਅਦ ਇੱਕ ਬਹੁਤ ਵੱਡੀ ਵਰਲਡ ਵਾਈਡ ਨਿਊਜ਼ ਜਿਹੜੀ ਉਹ ਆਈ, ਜਿਹੜੀ ਨਾਸਾ ਨੇ ਦਿੱਤੀ ਕਿ ਦੁਨੀਆ 'ਚ ਕਲਾਈਮੇਟ ਚੇਂਜ ਹੋ ਰਿਹਾ ਤੇ ਗਲੋਬਲ ਵਾਰਮਿੰਗ ਹੋ ਰਹੀ ਹੈ। ਜਿੱਦਾਂ ਤੁਸੀਂ ਇੱਥੇ ਦੇਖਿਆ ਲੈਂਡਸਕੇਪਿੰਗ, ਇੱਥੇ ਹਿਮਾਚਲ ਦੇ ਵਿੱਚ ਵੀ ਹੋਈ, ਆਸਟ੍ਰੇਲੀਆ ਦੇ ਵਿੱਚ ਜੰਗਲਾਂ ਨੂੰ ਅੱਗ ਲੱਗੀ ਆ। ਦੁਨੀਆ ਦਾ 11-12 ਹਜ਼ਾਰ ਵਿਗਿਆਨੀ ਹੈ ਜਿਹੜਾ ਉਸ ਚੀਜ਼ ਤੋਂ ਚਿੰਤਤ ਹੈ ਕਿ ਅਸੀਂ ਦੁਨੀਆ ਨੂੰ ਜਿਹੜੀ ਔਰੇਂਜ ਜ਼ੋਨ ਦੇ ਵਿੱਚ ਸੀ ਉਹ ਹੁਣ ਵਿਗਿਆਨੀਆਂ ਨੇ ਰੈੱਡ ਜ਼ੋਨ ਦੇ ਵਿੱਚ ਪਾਤੀ ਕਿ ਸਾਡੇ ਇੱਥੇ 20 ਸਾਲ ਬਾਅਦ ਐਸਾ ਮਾਹੌਲ ਆ ਜਾਊਗਾ ਕਿ ਖੜੇ ਦਰਖਤਾਂ ਨੂੰ ਇੰਨੀ ਗਰਮੀ ਆ ਜਾਊਗੀ ਕਿ ਅੱਗ ਲੱਗ ਜਾਇਆ ਕਰੂਗਾ। ਜਾਂ ਜਿਹੜੇ ਦਰਿਆ ਨੇ, ਜਿਹੜੇ ਏਸ਼ੀਆ ਦੇ ਜੇ ਆਪਾਂ ਕਹਿ ਦਈਏ ਸਮੁੰਦਰ ਨੇ, ਉਹ ਇੰਨੀ ਤੇਜ਼ੀ ਨਾਲ ਗਰਮ ਹੋ ਰਹੇ ਆ ਕਿ 14 ਸਾਡੀਆਂ ਇੱਥੇ ਸੂਬੇ ਨੇ, 14 ਇਸ ਭਾਰਤ ਦੇ, ਜਿਨ੍ਹਾਂ 'ਚ 3-3 ਫੁੱਟ ਦੇ ਕਰੀਬ ਹੈ ਪਾਣੀ, ਉਹ ਚੜ੍ਹ ਜੂਗਾ। ਸ਼ਰਮ ਦੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਆਪਣਾ ਚੈਨਲ ਹੈ ਪ੍ਰੋ ਪੰਜਾਬ ਜੀ ਨੇ ਇਹ ਖਬਰ ਚਲਾਈ ਤੇ ਇਹਦੇ ਤੇ ਇੱਕ ਡੀਕੋਡ ਵੀ ਕੀਤਾ ਗਿਆ। ਨੈਸ਼ਨਲ ਮੀਡੀਆ ਜਿਹਨੂੰ ਗੋਦੀ ਮੀਡੀਆ ਕਹਿ ਦਿੱਤਾ ਜਾਂਦਾ, ਮੇਰੀ ਬਾਹਰਲੇ ਮੁਲਕਾਂ 'ਚ ਵੀ ਗੱਲ ਹੋਈ, ਉਹ ਕਹਿੰਦੇ ਬਾਈ ਸਾਡੇ ਇਹ ਨਿਊਜ਼ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਹੈ ਤੇ ਸਾਡੇ ਵਿਗਿਆਨੀ ਇਹਨਾਂ ਲਈ ਤਿਆਰ ਨੇ, ਇਹ ਸਾਰੀਆਂ ਚੀਜ਼ਾਂ ਛੱਡ ਕੇ ਪ੍ਰਾਇਓਰਟੀ ਇਸ ਚੀਜ਼ ਨੂੰ ਦੇ ਰਹੇ ਆ। ਜਿਹਨੂੰ ਗੋਦੀ ਮੀਡੀਆ ਕਿਹਾ ਜਾਂਦਾ ਉਹਨੇ ਇੱਕ ਦਿਨ ਵੀ ਨਾ ਤਾਂ ਇੱਕ ਕਿਸੇ ਵੱਡੇ ਅਦਾਰੇ ਤੇ ਨੈਸ਼ਨਲ ਚੈਨਲ ਤੇ ਇਹ ਖਬਰ ਚਲਾਈ ਤੇ ਨਾ ਕਦੇ ਇਸ ਚੀਜ਼ ਦਾ ਜ਼ਿਕਰ ਕੀਤਾ। ਫਿਰ ਅਸੀਂ ਆ ਜਾਈਏ ਪੰਜਾਬ 'ਚ, ਪਿਛਲੇ ਦਿਨਾਂ 'ਚ ਇਹ ਬੜੇ ਮੁੱਦੇ ਉੱਠੇ ਜੀ, ਇੱਥੇ ਜੀ ਆਹ ਪ੍ਰਧਾਨ ਜੀ, ਉਹ ਜੀ ਪਾਰਟੀ ਇੱਦਾਂ ਆ ਗਿਆ ਤਾਂ ਬਿਜਲੀ ਫ੍ਰੀ ਹੋ ਗਈ। ਨਾ ਤਾਂ ਇੱਥੇ ਸਾਡਾ ਵਾਤਾਵਰਨ ਨੂੰ ਲੈ ਕੇ ਕਿਸੇ ਚੋਣ ਮੈਨੀਫੈਸਟੋ ਦੇ ਵਿੱਚ ਕੋਈ ਜ਼ਿਕਰ ਕੀਤਾ ਗਿਆ। ਜਿਵੇਂ ਹੁਣ ਇਹ ਮੁੱਦਾ ਯੂਨੀਵਰਸਿਟੀ ਦਾ, ਨਾ ਕਿਤੇ ਇੱਥੇ ਕਿਸੇ ਲੀਡਰ ਵੱਲੋਂ ਜਾਂ ਸਰਕਾਰ ਵੱਲੋਂ ਜਾਂ ਕਿਸੇ ਪਾਰਟੀ ਵੱਲੋਂ ਪਰਸਨਲ ਤੌਰ ਤੇ ਸਾਰੇ ਲੀਡਰ ਆਉਂਦੇ ਆ ਕਿ ਸਾਡੀ ਜੀ ਸਿੰਪਥੀ ਨਾਲ ਹੈ, ਅਸੀਂ ਪੜ੍ਹੇ ਹੋਏ ਆ, ਐਂ ਤਾਂ ਹਰ ਇੱਕ ਬੰਦਾ ਆਉਂਦਾ, ਪਰ ਸਰਕਾਰ ਉਹ ਰੂਲਿੰਗ ਪਾਰਟੀ ਆ ਕਾਂਗਰਸ, ਉਹ ਚਲਾਉਂਦੇ ਆ। ਉਹਨਾਂ ਨੂੰ ਕੋਈ ਨਾ ਕੋਈ ਐਕਸ਼ਨ ਹੈ ਜਿਹੜਾ ਗਵਰਨਮੈਂਟ ਦੇ ਤੌਰ ਤੇ ਲੈ ਕੇ ਗਵਰਨਮੈਂਟ ਟੂ ਗਵਰਨਮੈਂਟ ਸੈਂਟਰ ਦੀ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਆਪਣੇ ਮੈਨੀਫੈਸਟੋ ਦੇ ਵਿੱਚ ਇੱਕ ਲਿਖਤੀ ਰੂਪ ਦੇ ਵਿੱਚ ਦੇਣਾ ਚਾਹੀਦਾ ਕਿ ਜਿਹਦੀ ਵੀ ਸਰਕਾਰ ਆਊਗੀ ਪਹਿਲ ਦੇ ਆਧਾਰ ਤੇ ਉਹ ਯੂਨੀਵਰਸਿਟੀ ਦੀ ਲੜਾਈ ਲੜੂ। ਕੈਪਟਨ ਅਮਰਿੰਦਰ ਸਿੰਘ ਹੈ ਜੱਸ, ਜਿੱਦਾਂ ਤੁਸੀਂ ਇੰਪੋਰਟੈਂਟ ਗੱਲ ਕੀਤੀ ਹੈ, ਜਿੱਦਾਂ ਕੈਪਟਨ ਅਮਰਿੰਦਰ ਸਿੰਘ ਹੋਣੀ ਹੈ, ਗੋਲਡੀ ਖੰਗੂੜਾ ਹੋਣੀ ਐਮਐਲਏ ਨੇ, ਉਹਨਾਂ ਦੀ ਹੀ ਪਾਰਟੀ ਤੋਂ ਐਮਐਲਏ ਨੇ, ਉਹਨਾਂ ਦੀ ਸਰਕਾਰ 'ਚ ਐਮਐਲਏ ਨੇ, ਉਹ ਵੀ ਆਏ ਉੱਥੇ। ਤੁਹਾਨੂੰ ਲੱਗਦਾ ਨਹੀਂ ਕਿ ਫਿਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਵੀ ਇੰਟਰਵੀਨ ਕਰਨਾ ਚਾਹੀਦਾ, ਕਿਉਂਕਿ ਬਹੁਤ ਵੱਡਾ ਮੁੱਦਾ ਹੈ ਜਿਸ ਨੂੰ ਲੈ ਕੇ ਸਾਰੀਆਂ ਸਿਆਸੀ ਲੋਕ ਵੀ ਆ ਰਹੇ ਆ, ਕਿਸਾਨ ਅੰਦੋਲਨ ਨਾਲ ਜੁੜੇ ਲੋਕ ਵੀ ਆ ਰਹੇ ਆ, ਔਰ ਬਹੁਤ ਸਾਰੇ ਲੋਕ ਆ ਰਹੇ। ਨਹੀਂ ਕਰਨਾ ਚਾਹੀਦਾ, ਨਹੀਂ ਉਹਨਾਂ ਦਾ ਹੀ ਕਰਨਾ ਬਣਦਾ ਸੀ। ਇਹ ਕੋਈ ਛੋਟਾ ਮੁੱਦਾ ਨਹੀਂ ਪੰਜਾਬ ਯੂਨੀਵਰਸਿਟੀ ਦਾ। ਜੇ ਸਾਨੂੰ ਲੱਗਦਾ ਕਿ ਸਿਰਫ ਸਟੂਡੈਂਟਾਂ ਦੀ ਲੜਾਈ ਹੈ, ਇਹ ਪੰਜਾਬ ਦੀ ਲੜਾਈ ਹੈ, ਇਹ ਸਾਡੇ ਲੋਕਾਂ ਦੀ, ਸਾਡੇ ਸੂਬੇ ਦੀ ਲੜਾਈ ਹੈ। ਕਿਉਂਕਿ ਬਹੁਤ ਚਿਰ ਤੋਂ ਇਹ ਨਾਅਰੇ ਵੀ ਲੱਗ ਰਹੇ ਆ ਕਿ ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ, ਪਰ ਅੱਜ ਤੱਕ ਪੁਖਤਾ ਕੋਈ ਹੱਲ ਨਹੀਂ। ਇੱਥੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਹੀ ਪਹਿਲ ਦੇ ਆਧਾਰ ਤੇ ਜਿਹੜਾ ਬਿਆਨ ਉਹਨਾਂ ਦਾ ਹੀ ਆਉਣਾ ਚਾਹੀਦਾ ਸੀ ਕਿ ਯੂਨੀਵਰਸਿਟੀ ਤੇ ਪੰਜਾਬ ਦਾ ਹੱਕ ਹੈ। ਸੈਨੇਟ ਜਿਹੜੇ ਵੀ ਤਰੀਕੇ ਨਾਲ ਇਹਨੂੰ ਚਲਾ ਰਹੀ ਹੈ,
ਇਹ ਉਵੇਂ ਹੀ ਚੱਲੂਗਾ। ਜੇ ਕੋਈ ਕੇਂਦਰ ਦੀ ਸਰਕਾਰ ਇੱਥੇ ਕੋਈ ਵੀਸੀ ਬਦਲਦੀ ਹੈ ਜਾਂ ਕੋਈ ਇਹ ਵੋਟਾਂ ਭੰਗ ਕਰਦੀ ਹੈ ਤਾਂ ਪੰਜਾਬ ਦਾ ਜਿਹੜਾ ਐਕਸ਼ਨ ਹੋਊਗਾ ਉਹ ਬਿਲਕੁਲ ਆਉਣ ਵਾਲੇ ਦਿਨਾਂ 'ਚ ਸਾਡੀ ਸਰਕਾਰ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ। ਪਰਸਨਲ ਤੌਰ ਤੇ ਤਾਂ ਮੰਨ ਲਓ ਵੀ ਕਈ ਐਮਐਲਏ ਸਾਹਿਬਾਨ ਇੱਥੇ ਆਏ ਆ, ਉਹ ਪੜ੍ਹੇ ਹੋਏ ਆ, ਉਹਨਾਂ ਦਾ ਤਾਂ ਇੱਕ ਆਮ ਲਗਾ ਹੈ ਜਾਂ ਇੱਕ ਪੋਲੀਟੀਕਲ ਏਜੰਡਾ ਵੀ ਕਹਿ ਦਈਏ ਕਿ ਵੋਟਾਂ ਦਾ ਦੌਰ ਹੈ, ਹਰ ਇੱਕ ਬੰਦੇ ਨੂੰ ਸਿੰਪਥੀ ਚਾਹੀਦੀ ਹੈ ਅੱਜ ਲੋਕਾਂ 'ਚ। ਤਾਂ ਇਹ ਤਾਂ ਪਰਸਨਲ ਹੋ ਗਿਆ। ਸਰਕਾਰ ਕੀ ਕਰ ਰਹੀ ਹੈ, ਸਾਡੇ ਸਰਕਾਰ ਦਾ ਇੱਕ ਅਫੀਸ਼ੀਅਲ ਬਿਆਨ ਮੈਨੂੰ ਨਹੀਂ ਲੱਗਦਾ ਠੀਕ ਹੈ। ਉਹ ਵੀ ਜਿਹੜਾ ਉਹਨਾਂ ਨੇ ਪੱਖ ਵੀ ਦਿੱਤਾ ਕਿ ਹਾਂ ਇਲੈਕਸ਼ਨ ਹੋਣੀ ਚਾਹੀਦੀ ਹੈ ਹਾਈ ਕੋਰਟ ਤੋਂ ਬਾਅਦ, ਉਹ ਧਰਨੇ ਤੋਂ ਬਾਅਦ ਦਿੱਤਾ। ਬਲਕਿ ਪਹਿਲਾਂ ਉਹਨਾਂ ਦਾ ਕਰਨਾ ਬਣਦਾ ਸੀ, ਨਾ ਇਹ ਨੌਜਵਾਨਾਂ ਨੂੰ ਧਰਨਾ ਲਾਉਣ ਦੀ ਲੋੜ ਪੈਂਦੀ। ਚਲੋ ਧਰਨਾ ਲਾਉਣਾ ਸਾਡਾ ਹੱਕ ਹੈ। ਅੱਜ ਖੂਬਸੂਰਤੀ ਇੱਥੇ ਇੱਕ ਇਹ ਵੀ ਦੇਖਣ ਨੂੰ ਮਿਲਦੀ ਹੈ। ਇੱਕ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਮੁੱਦਾ ਇੱਕ ਹੁੰਦਾ, ਚਾਹੇ ਪਿਛਲੇ ਦਿਨਾਂ 'ਚ ਜਲੰਧਰ 'ਚ ਵੀ ਤੁਸੀਂ ਦੇਖਿਆ ਗੰਨੇ ਦੇ ਭਾਅ ਨੂੰ ਲੈ ਕੇ ਕਿੰਨਾ ਮਿਲਿਆ ਨਹੀਂ ਮਿਲਿਆ, ਉਹ ਇੱਕ ਵੱਖ ਗੱਲ ਹੈ ਕਿ ਕਿਸਾਨ ਉਹਦੇ ਤੇ ਸੈਟੀਸਫਾਈ ਨੇ, ਪਰ ਪੰਜਾਬ ਦੇ ਲੋਕ ਇਕਜੁੱਟ ਨੇ। ਇਹ ਜਿਹੜੇ ਇਹ ਪੈਂਤੜੇ ਪਾਏ ਹੈ ਇਹ ਉਹਨਾਂ ਕਿਸਾਨੀ ਸੰਘਰਸ਼ਾਂ ਦੇ ਪਾਏ ਹੋਏ ਆ ਜੀ। ਠੀਕ ਹੈ, ਕਿਸਾਨ ਅੰਦੋਲਨ ਨਾਲ ਲੈ ਚੱਲਦਾ। ਹੁਣ ਕਿਸਾਨ ਅੰਦੋਲਨ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਕਿ ਰਾਹ ਖਾਲੀ ਹੋਣੇ ਚਾਹੀਦੇ, ਟ੍ਰੈਫਿਕ ਰੋਕਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ। ਠੀਕ ਹੈ, ਵਿਰੋਧ ਪ੍ਰਦਰਸ਼ਨ ਕਰਨਾ ਵੱਖਰੀ ਗੱਲ ਹੈ। ਦੂਜੇ ਬੰਨੇ ਕਿਸਾਨ ਇਹ ਗੱਲ ਕਹਿੰਦੇ ਆ ਕਿ ਇਸ ਤਾਂ ਰੋਕਿਆ ਨਹੀਂ ਟ੍ਰੈਫਿਕ, ਕਹਿੰਦੇ ਰੋਕਿਆ ਤਾਂ ਬੈਰੀਕੇਡ ਲਾ ਕੇ ਹੈ। ਹੁਣ ਲੱਗਦਾ ਕੀ ਹੈ, ਕੀ ਹੋਣਾ ਚਾਹੀਦਾ ਅੱਗੇ ਔਰ ਹੁੰਦਾ ਹੋਇਆ ਕੀ ਨਜ਼ਰ ਆ ਰਿਹਾ? ਮੈਨੂੰ ਇਹ ਲੱਗਦਾ ਕਿ ਇਹ ਬੜਾ ਬਹੁਤ ਨਾ ਸੰਜੀਦਾ ਮੁੱਦਾ ਹੈ ਇਹ। ਇਹਦੇ ਤੇ ਨਾ ਪਿਛਲੇ ਦਿਨਾਂ 'ਚ 2 ਦਿਨ ਹੋਇਆ ਸੁਪਰੀਮ ਕੋਰਟ ਦਾ ਬਿਆਨ ਇਹ ਮੈਂ ਵੀ ਪੜ੍ਹਿਆ, ਤੇ ਇਹਦੇ ਤੇ ਕੋਈ ਪੁਖਤਾ ਹਲੇ ਕਿਸੇ ਸਾਡੇ ਵੱਡੇ ਆਗੂ ਦਾ ਵੀ ਬਿਆਨ ਨਹੀਂ ਆਇਆ। ਇਹ ਬੜਾ ਕਿਉਂਕਿ ਹੁਣ ਜਿਉਂ-ਜਿਉਂ ਇਲੈਕਸ਼ਨਾਂ ਯੂਪੀ ਦੇ ਵਿੱਚ ਨੇੜੇ ਆਈ ਜਾਣਗੀਆਂ, ਸੈਂਟਰ ਦੀ ਸਰਕਾਰ ਵੱਲੋਂ ਜਿਹੜੀ ਬੀਜੇਪੀ ਦੀ ਗਵਰਨਮੈਂਟ ਆ ਉਹਦੇ ਵੱਲੋਂ ਚਾਲਾਂ ਚੱਲਣੀਆਂ ਇਹ ਸ਼ੁਰੂ ਹੋ ਜਾਣਗੀਆਂ। ਕੋਈ ਨਾ ਕੋਈ ਐਕਸ਼ਨ ਹੁਣ ਉਹਨਾਂ ਨੂੰ ਲੈਣਾ ਹੀ ਪੈਣਾ, ਕਿਉਂਕਿ ਯੂਪੀ ਇੱਕ ਐਸਾ ਸੂਬਾ ਸਾਡੇ ਦੇਸ਼ ਦਾ ਜਿੱਥੋਂ ਇੱਕ ਵਾਰੀ ਬੀਜੇਪੀ ਦੇ ਹੱਥੋਂ ਜਾਂ ਕਿਸੇ ਵੀ ਪਾਰਟੀ ਦੇ ਹੱਥੋਂ ਸੱਤਾ ਗਈ ਤਾਂ ਉਹ ਫਿਰ ਪੂਰੇ ਦੇਸ਼ 'ਚੋਂ ਉਹਨਾਂ ਦਾ ਮਲੀਆ ਮੇਟ ਹੋ ਜਾਂਦਾ। ਤਾਂ ਮੈਨੂੰ ਲੱਗਦਾ ਕਿ ਪਹਿਲੀ ਤਾਂ ਗੱਲ ਇਹ ਹੈ ਕਿ ਸੜਕਾਂ ਰੋਕਣ ਤੇ ਮਜਬੂਰ ਕਿਹਨੇ ਕੀਤਾ। ਸੁਪਰੀਮ ਕੋਰਟ ਸਾਡੇ ਭਾਰਤ ਦਾ ਇੱਕ ਸਭ ਤੋਂ ਉੱਚ ਨਿਆਲੇ, ਸਾਡਾ ਇੱਕ ਐਸਾ ਪਲੇਟਫਾਰਮ ਹੈ ਜਿੱਥੇ ਅਸੀਂ ਇਨਸਾਫ ਦੀ ਉਮੀਦ, ਸਰਕਾਰ ਤੋਂ ਵੀ ਵੱਡਾ ਇੱਕ ਅਦਾਰਾ ਜਿੱਥੇ ਅਸੀਂ ਇਨਸਾਫ ਦੀ ਉਮੀਦ ਕਰਦੇ ਹਾਂ। ਪਹਿਲੀ ਤਾਂ ਗੱਲ ਇਹ ਹੈ ਕਿ ਅਸੀਂ ਸਨਮਾਨ ਕਰਦੇ ਹਾਂ ਸੁਪਰੀਮ ਕੋਰਟ ਦਾ, ਪਰ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਸੜਕਾਂ ਤੇ ਬੈਠਣ ਲਈ ਮਜਬੂਰ ਕਿਹਨੇ ਕੀਤਾ, ਰਾਹ 'ਚ ਬੈਰੀਗੇਟ ਲਾਏ ਕਿਹਨੇ, ਕੰਧਾਂ ਕੀਤੀਆਂ ਕਿਹਨੇ, ਕਿੱਲਾਂ ਵਿਛਾਈਆਂ ਕਿਹਨੇ। ਤਾੜਨਾ ਸੁਪਰੀਮ ਕੋਰਟ ਨੇ ਵੀ ਸਿਰਫ ਕਿਸਾਨਾਂ ਨੂੰ ਦਿੱਤੀ ਹੈ ਕਿ ਤੁਹਾਨੂੰ ਸੜਕਾਂ ਰੋਕਣ ਦਾ ਕੋਈ ਅਧਿਕਾਰ ਨਹੀਂ, ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ, ਬਲਕਿ ਦੇਣੀ ਚਾਹੀਦੀ ਸੀ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਇਹ ਚੀਜ਼ ਕਹਿਣੀ ਚਾਹੀਦੀ ਸੀ। ਪਰ ਫਿਰ ਵੀ ਹੁਣ ਕਹਿਣਾ ਤਾਂ ਨਹੀਂ ਚਾਹੀਦਾ, ਪਰ ਜਿਹੜੇ ਅਦਾਰੇ ਨੇ ਸਰਕਾਰ ਨਾਲ ਪ੍ਰਸ਼ਾਸਨ ਹੈ ਜਿਹੜਾ ਉਹ ਘਿਓ ਖਿਚੜੀ ਵਾਲਾ ਕੰਮ ਕਰ ਰਿਹਾ, ਰਲ ਮਿਲ ਕੇ ਸਾਰਾ ਕੁਝ ਚੱਲ ਰਿਹਾ। ਪਰ ਸਾਡੇ ਆਗੂਆਂ ਵੱਲੋਂ ਚਾਹੇ ਉਹ ਹਰਿਆਣੇ ਦੇ ਆ ਪੰਜਾਬ ਦੇ ਆ, ਇਹ ਰਲ ਕੇ ਇੱਕ ਕੋਈ ਫੈਸਲਾ ਲੈਣਾ ਚਾਹੀਦਾ ਕਿ ਹੋ ਸਕਦਾ ਉਹਨਾਂ ਨੇ ਕਿਹਾ 20 ਤਰੀਕ ਇੱਕ ਸਾਨੂੰ ਤਰੀਕ ਦਿੱਤੀ ਆ, ਹੋ ਸਕਦਾ ਉਹ ਇੱਕ ਵੱਡਾ ਐਕਸ਼ਨ ਪਲਾਨ ਵੀ ਕਰਨ। ਸਾਡੇ ਕੋਲ ਕੀ ਪਲਾਨ ਹੋ ਸਕਦਾ, ਅਸੀਂ ਸੜਕਾਂ ਅਸੀਂ ਨਹੀਂ ਰੋਕੀਆਂ ਹੋਈਆਂ, ਸਾਨੂੰ ਮਜਬੂਰ ਕੀਤਾ ਹੋਇਆ, ਅਸੀਂ ਪਾਸਿਆਂ ਤੇ ਬੈਠੇ ਹਾਂ, ਸਾਨੂੰ ਪਤਾ ਉੱਥੇ ਕਿਵੇਂ ਬੈਠੇ ਹਾਂ, ਕਿੰਨੀ ਤੰਗੀ 'ਚ ਪਿਛਲੇ ਦਿਨਾਂ 'ਚ ਬਾਰਿਸ਼ ਪਈ ਆ, ਤੁਸੀਂ ਦੇਖੋ ਕੀ ਹਾਲਾਤ ਉੱਥੇ ਬਣ ਜਾਂਦੇ ਆ, ਕਿਸੇ ਦਾ ਜੀ ਨਹੀਂ ਕਰਦਾ ਸੜਕਾਂ ਤੇ ਬੈਠਣ ਨੂੰ। ਪਰ ਇਹਦੇ ਉੱਤੇ ਕਿਸਾਨ ਜਿਹੜੀਆਂ ਸਾਡੀਆਂ ਸੰਯੁਕਤ ਮੋਰਚਾ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ ਹਫ਼ਤੇ ਅਸੀਂ ਕੁੰਡਲੀ ਬਾਰਡਰ ਤੇ ਜਾਵਾਂਗੇ ਤੇ ਇਹਦੇ ਤੇ ਵਿਚਾਰ ਵਟਾਂਦਰਾ ਵੀ ਜ਼ਰੂਰ ਕਰਾਂਗੇ। ਠੀਕ ਹੈ, ਇੱਕ ਆਖਰੀ ਸਵਾਲ ਹੋਊਗਾ ਮੇਰਾ, ਕਿਉਂਕਿ ਧਰਨੇ ਨੂੰ ਲੈ ਕੇ ਸਾਰੀਆਂ ਚੀਜ਼ਾਂ ਜਦੋਂ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਜਾਂ ਬਹੁਤ ਸਾਰੀਆਂ ਚੀਜ਼ਾਂ ਧਰਨੇ ਦੇ ਨਾਲ ਰਿਲੇਟ ਹੋ ਗਈਆਂ। ਤੁਸੀਂ ਵੀ ਜਾਂਦੇ ਰਹੇ ਹੋ ਧਰਨੇ ਦੇ ਵਿੱਚ, ਹੁਣ ਵੀ ਜਾਂਦੇ ਹੋ। ਬਹੁਤ ਸਾਰੇ ਪੰਜਾਬੀ ਗਾਇਕਾਂ ਦਾ, ਅਦਾਕਾਰਾਂ ਦਾ ਵੱਡੇ ਪੱਧਰ ਤੇ ਸਪੋਰਟ ਰਿਹਾ, ਔਰ ਹੁਣ ਫਿਲਮਾਂ ਨੂੰ ਲੈ ਕੇ ਚਰਚਾ ਚੱਲ ਪਈ। ਐਮੀ ਵਿਰਕ ਬਹੁਤ ਵੱਡੇ ਵਿਵਾਦਾਂ ਦੇ ਵਿੱਚ ਘਿਰੇ ਨਜ਼ਰ ਆ ਰਹੇ ਨੇ। ਐਮੀ ਵਿਰਕ ਨੂੰ ਘੇਰਿਆ ਜਾ ਰਿਹਾ, ਕੁਝ ਸੋਸ਼ਲ ਮੀਡੀਆ ਤੇ ਵੀ ਟ੍ਰੋਲ ਹੋ ਰਿਹਾ ਐਮੀ ਵਿਰਕ, ਔਰ ਐਮੀ ਵਿਰਕ ਨੇ ਸਫਾਈ ਦਿੱਤੀ ਹੈ ਕਿ ਇਹ ਫਿਲਮਾਂ ਤਾਂ ਮੇਰੀਆਂ ਪਹਿਲਾਂ ਦੀਆਂ ਸਾਈਨ ਕੀਤੀਆਂ ਹੋਈਆਂ, ਭਾਵੇਂ ਜ਼ੀ ਦੇ ਨਾਲ ਹੋਣ ਜਾਂ ਜਿੰਨੇ ਵੀ ਵੱਡੇ ਅਦਾਰਿਆਂ ਦੇ ਨਾਲ ਕੀਤੀਆਂ, ਨਾਲ ਹੀ ਅਜੇ ਦੇਵਗਨ ਹੋਣਾ ਦੇ ਨਾਲ ਵੀ। ਉਹਨਾਂ ਨੇ ਕਿਹਾ ਕਿ ਇਹ ਫਿਲਮਾਂ ਮੇਰੀਆਂ ਪਹਿਲਾਂ ਦੀਆਂ ਹੋਈਆਂ ਨੇ। ਐਮੀ ਵਿਰਕ ਦਾ ਘਿਰਾ ਹੋ ਰਿਹਾ, ਐਮੀ ਵਿਰਕ ਇਹ ਸਫਾਈ ਦੇ ਰਿਹਾ ਕਿ ਮੈਂ ਪੰਜਾਬ ਦਾ ਪੁੱਤ ਹਾਂ, ਮੈਂ ਗਦਾਰ ਨਹੀਂ, ਗਦਾਰ ਤਾਂ ਕਿਹਾ ਜਾ ਰਿਹਾ। ਇਸ ਚੀਜ਼ ਨੂੰ ਕਿੱਦਾਂ ਦੇਖਦਾ ਜਸ ਬਾਜਵਾ? ਇੱਕ ਤਾਂ ਬਾਈ ਜੀ ਇਹ ਜਿਹੜਾ ਗਦਾਰ ਵਾਲਾ ਸਿਸਟਮ ਚੱਲ ਪਿਆ ਨਾ, ਇਹ ਬਹੁਤ ਖਤਰਨਾਕ ਹੈ ਕਿ ਅਸੀਂ ਆਪਦੇ ਲੋਕਾਂ ਨੂੰ ਇਹ ਕਹਿਣ ਲੱਗੇ ਵੀ ਆਹ ਗਦਾਰ ਹੈ, ਉਹ ਗਦਾਰ ਹੈ, ਇਹ ਗਦਾਰ ਹੈ। ਪਿਛਲਾ ਕੀਤਾ ਕਰਾਇਆ ਜਿੰਨਾ ਵੀ ਉਸ ਬੰਦੇ ਦਾ ਆਪਾਂ ਕੋਈ ਬੈਕਗਰਾਉਂਡ ਨਹੀਂ ਚੈੱਕ ਕਰਦੇ, ਕੋਈ ਪ੍ਰੋਸੀਜਰ ਨਹੀਂ ਚੈੱਕ ਕਰਦੇ, ਕਾਟਾ ਮਾਰ ਦਿੰਦੇ ਆ। ਇਹ ਇੱਕ ਵੱਡੀ ਮਾੜੀ ਗੱਲ ਹੈ। ਹਾਂ, ਤੁਸੀਂ ਬੰਦੇ ਨੂੰ ਦੰਡਿਤ ਕਰੋ, ਤੁਸੀਂ ਉਹਦਾ ਵਿਰੋਧ ਕਰੋ, ਪਰ ਉਸ ਮੁੱਦੇ ਤੇ ਕਰੋ, ਤੁਸੀਂ ਉਹਦਾ ਪਿਛਲਾ ਰੈਕਡ ਵੀ ਚੈੱਕ ਕਰੋ। ਪਹਿਲੀ ਤਾਂ ਗੱਲ ਮੈਂ ਇਹ ਕਹਿਣੀ ਚਾਹੂੰਗਾ ਕਿ ਐਮੀ ਵਿਰਕ, ਸੱਚ ਤੁਸੀਂ ਜਿੰਨੇ ਵੀ ਸੁਣਨ ਵਾਲੇ ਹੋ ਇਹ ਦੱਸੋ ਕਿ ਤੁਹਾਨੂੰ ਇਹ ਲੱਗਦਾ ਕਿ ਐਮੀ ਵਿਰਕ ਕਿਸਾਨ ਨਹੀਂ, ਜਾਂ ਉਹ ਪਿੰਡਾਂ 'ਚ ਉੱਠ ਕੇ ਨਹੀਂ ਆਇਆ, ਜਾਂ ਉਹ ਖੇਤੀਬਾੜੀ ਦੇ ਨਾਲ ਰਿਲੇਟਡ ਨਹੀਂ ਹੈਗਾ? ਬਿਲਕੁਲ ਹੈਗਾ। ਦੂਜੀ ਵੱਡੀ ਗੱਲ ਇਹ ਹੈ ਕਿ ਉਹਦੇ ਸਿਰ ਤੇ ਪੱਗ ਹੈ ਜਿਹੜੀ ਸਾਨੂੰ ਪੂਰੀ ਦੁਨੀਆ ਦੇ ਵਿੱਚ ਰਿਪਰੈਜ਼ੈਂਟ ਕਰਦੀ ਹੈ, ਤੇ ਉਹ ਸਾਡੀ ਉਹ ਸ਼ਾਨ ਹੈ। ਜਿਹੜੀਆਂ ਫਿਲਮਾਂ ਐਮੀ ਵਿਰਕ ਨੇ ਜਿਨ੍ਹਾਂ ਤੇ ਵਿਵਾਦ ਚੱਲ ਰਿਹਾ, ਚਾਹੇ ਉਹ ਪਵਾੜਾ ਹੈ, ਚਾਹੇ ਉਹ ਕਿਸਮਤ ਹੈ, ਚਾਹੇ ਉਹਦੇ ਉਹ ਗਾਣੇ ਹੈ, ਤਾਂ ਬਾਈ ਜੀ
ਇਹ ਬਿਲਕੁਲ ਸਹੀ ਹੈ ਕਿ ਕਿਸਾਨੀ ਸੰਘਰਸ਼ ਤੋਂ ਪਹਿਲਾਂ, ਜੇ ਮੈਂ ਆਪਣੀ ਗੱਲ ਲਾ ਲਵਾਂ, ਮੈਂ ਵੀ ਰਿਲਾਇੰਸ ਦੇ ਪੰਪ ਤੋਂ ਤੇਲ ਪਵਾਉਂਦਾ ਸੀ, ਤੁਸੀਂ ਵੀ ਪਵਾਉਂਦੇ ਸੀ। ਸਾਨੂੰ ਕੋਈ ਪਤਾ ਥੋੜੀ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਹ ਮੁੱਦਾ ਖੜਾ ਹੋ ਜਾਊਗਾ, ਜਾਂ ਇਹ ਕਾਰਪੋਰੇਟ ਘਰਾਣਾ ਜਿਹੜਾ ਸਾਡੀਆਂ ਜ਼ਮੀਨਾਂ ਖੋਹਣ ਲਈ ਗਵਰਨਮੈਂਟ ਰਲ ਕੇ ਕੁਝ ਐਸਾ ਪਲਾਨ ਤਿਆਰ ਕਰ ਲੈਣਗੇ। ਤਾਂ ਜਦੋਂ ਤੋਂ ਪਤਾ ਲੱਗਿਆ, ਅਸੀਂ ਜਦੋਂ ਤੋਂ ਹੀ ਬਾਈਕਾਟ ਕੀਤਾ। ਐਮੀ ਵਿਰਕ ਨੇ ਵੀ ਕੱਲ੍ਹ ਵਾਲੀ ਇੰਟਰਵਿਊ 'ਚ ਵੀ ਸਾਰਾ ਕੁਝ ਦੱਸਤਾ, ਪਰ ਬੰਦਾ ਨਾ ਅੰਦਰੋਂ ਟੁੱਟ ਜਾਂਦਾ ਜਦੋਂ ਤੁਸੀਂ ਕਿਸੇ ਬੰਦੇ ਦੇ ਘਰ ਦੇ ਮੂਹਰੇ ਜਾ ਕੇ ਪੁਤਲੇ ਫੂਕਣ ਤੱਕ ਗੱਲ ਪਹੁੰਚ ਜਾਂਦੀ ਹੈ। ਜਦੋਂ ਤੁਸੀਂ ਗਦਾਰ ਕਹਿਣਾ ਸ਼ੁਰੂ ਕਰ ਦਿੰਦੇ ਹੋ, ਤਾਂ ਬੰਦਾ ਅਗਲੀ ਵਾਰੀ ਜਦੋਂ ਕੋਈ ਸੰਘਰਸ਼ ਉੱਠਦਾ ਹੈ, ਤਾਂ ਬਹੁਤ ਕਿੱਥੇ ਤਾਂ ਬੰਦੇ ਨੇ ਨਿਸ਼ਚਿੰਤ ਹੋ ਕੇ ਆ ਜਾਣਾ ਵੀ ਯਾਰ ਅਸੀਂ ਖੜਨਾ ਹੈ। ਕਿੱਥੇ ਬੰਦਾ ਇੱਕ ਵਾਰੀ ਸੋਚਣ ਤੇ ਮਜਬੂਰ ਹੋ ਜਾਂਦਾ ਵੀ ਯਾਰ ਹੋ ਸਕਦਾ ਮੇਰਾ ਵਿਰੋਧ ਹੋ ਜਾਵੇ, ਹੋ ਸਕਦਾ ਮੈਨੂੰ ਕੱਲ੍ਹ ਨੂੰ ਕੁਝ ਮੇਰੇ ਤੇ ਐਲੀਗੇਸ਼ਨ ਲੱਗ ਜਾਣ। ਸੋ ਅੱਜ ਸਾਨੂੰ ਲੋੜ ਏਕੇ ਦੀ ਹੈ। ਮੈਂ ਕੱਲ੍ਹ ਵੀ ਦੇਖੀ ਜਾਂਦਾ ਸੀ ਸੋਸ਼ਲ ਮੀਡੀਆ ਤੇ, ਮੈਂ ਵੀ ਪੋਸਟ ਪਾਈ, ਸਾਰਿਆਂ ਨੇ ਪਾਈ ਕਿ ਸਾਨੂੰ ਇੱਕ ਹੋ ਕੇ ਲੜਨਾ ਚਾਹੀਦਾ, ਪਰ ਫਿਰ ਵੀ ਲੋਕ ਥੱਲੇ ਪਤਾ ਨਹੀਂ ਕਿਉਂ ਐਸੀ ਮਾਨਸਿਕਤਾ ਰੱਖਦੇ ਆ, ਫਿਰ ਵੀ ਉਹ ਗਾਲਾਂ ਹੀ ਕੱਢੀ ਜਾਂਦੇ ਆ। ਜਿਹੜੀ ਚਲੋ ਠੀਕ ਹੈ, ਐਮੀ ਵਿਰਕ ਨੇ ਕਰਤਾ, ਮੰਨ ਲਓ ਕਰ ਵੀ ਦਿੱਤਾ, ਤਾਂ ਆਪਾਂ ਨੂੰ ਕਿਹਨੇ ਰਾਈਟ ਦਿੱਤਾ ਕਿ ਅਸੀਂ ਸੋਸ਼ਲ ਮੀਡੀਆ, ਜਿੱਥੇ ਸਾਡੀਆਂ ਧੀਆਂ ਭੈਣਾਂ ਵੀ ਆਉਂਦੀਆਂ ਨੇ, ਸਾਡੀਆਂ ਮਾਵਾਂ ਵੀ ਅੱਜ ਆਉਂਦੀਆਂ ਨੇ, ਕਿ ਅਸੀਂ ਉੱਥੇ ਕੋਈ ਸਾਡੀ ਭਾਸ਼ਾ ਦਾ ਮਿਆਰ ਹੀ ਨਾ ਹੋਵੇ, ਅਸੀਂ ਉੱਥੇ ਸਿੱਧੀਆਂ ਹੀ ਗਾਲਾਂ ਕੱਢੀਏ। ਤਾਂ ਇਹ ਵੀ ਇੱਕ ਮੇਰੇ ਹਿਸਾਬ ਨਾਲ ਇੱਕ ਗਲਤ ਗੱਲ ਹੈ ਜਿਹੜੀ ਨਹੀਂ ਕਰਨੀ ਚਾਹੀਦੀ। ਤਾਂ ਐਮੀ ਨੇ ਸਫਾਈ ਦਿੱਤੀ ਸੀ ਕਿ ਸਾਡੀਆਂ ਜਿਹੜੀਆਂ ਫਿਲਮਾਂ ਨੇ ਉਹ ਪਹਿਲਾਂ ਤੋਂ ਸ਼ੂਟ ਸੀ। ਰਹਿ ਗਈ ਗੱਲ ਕਿਸਾਨ ਸੰਘਰਸ਼ ਦੇ ਵਿੱਚ ਐਮੀ ਵਿਰਕ ਦਾ ਯੋਗਦਾਨ, ਉਹ ਲਗਾਤਾਰ ਪਹਿਲੇ ਦਿਨ ਤੋਂ ਇਕੱਲੇ ਐਮੀ ਵਿਰਕ ਦਾ ਨਹੀਂ, ਸਾਰੇ ਭਰਾਵਾਂ ਦਾ, ਸਾਰੀ ਸਮੁੱਚੀ ਇੰਡਸਟਰੀ ਦਾ ਉਹ ਪਾਇਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਤੱਕ ਇਹ ਸੰਘਰਸ਼ ਚੱਲੂਗਾ, ਕੱਲ੍ਹ ਵੀ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਵੀ ਫਿਲਮ ਇਦਾਂ ਦੀ ਨਹੀਂ ਕਰਾਂਗੇ ਕਿ ਜਿਹੜੀ ਉਹਨਾਂ ਅਦਾਰਿਆਂ ਦੇ ਨਾਲ ਹੋਊਗੀ। ਫਿਰ ਤਾਂ ਉਹਨੇ ਮਤਲਬ, ਮੈਂ ਤਾਂ ਇੰਟਰਵਿਊ ਸੁਣਦਾ ਸੀ, ਇੱਥੋਂ ਤੱਕ ਵੀ ਕਿਹਾ ਕਿ ਮੈਂ ਕਿਸੇ ਸ਼ੋਅ ਦੇ ਵਿੱਚ ਟੀ-ਸ਼ਰਟ ਪਾ ਕੇ ਲੈ ਕੇ ਗਿਆ ਨੋ ਫਾਰਮਰ ਨੋ ਫੂਡ ਦੀ, ਬਟ ਉਹਨਾਂ ਨੇ ਉਹ ਕੱਢਤਾ। ਕਿਉਂ ਨਹੀਂ ਪਾਉਣ ਦਿੱਤੀ ਗਈ? ਕਿਉਂਕਿ ਬਾਈ ਜੀ ਜਦੋਂ ਗਾਣੇ ਕੰਪਨੀਆਂ ਦੇ ਨਾਲ ਸਾਈਨ ਹੁੰਦੇ ਆ ਨਾ ਜੀ, ਉਹ ਬੜੇ ਵੱਡੇ ਐਗਰੀਮੈਂਟ ਹੁੰਦੇ ਆ। ਸਪੋਜ਼ ਕਰੋ, ਚਲੋ ਪੰਜਾਬ 'ਚ ਤਾਂ 20-25 ਲੱਖ ਦੀ ਗੱਲ ਹੈ ਕਿ ਸਾਡਾ ਕੋਈ ਗਾਣਾ ਕਿਸੇ ਕੰਪਨੀ ਨਾਲ, ਮੇਰਾ ਹੁਣ ਮੈਂ ਜ਼ਿਕਰ ਕਰ ਲਵਾਂ ਕਿ ਪਿਛਲੇ 9 ਮਹੀਨੇ ਤੋਂ ਨਹੀਂ ਕੋਈ ਗਾਣੇ ਆਏ। ਮੈਂ ਕਿਹਾ ਸੀ ਕਿ ਜਦੋਂ ਤੱਕ ਅੰਦੋਲਨ ਚੱਲੂਗਾ ਅਸੀਂ ਗਾਣੇ ਨਹੀਂ ਕਰਾਂਗੇ। ਮੇਰਾ ਜਿਹੜਾ ਆਪਦਾ ਅਫੀਸ਼ੀਅਲ YouTube ਚੈਨਲ ਹੈ ਉਹਦੇ ਤੇ ਕੋਈ ਗਾਣਾ ਨਹੀਂ ਆਇਆ ਬਿਨਾਂ ਕਿਸਾਨੀ ਤੋਂ। ਪਰ ਹੁਣ ਜਿਹੜੇ 3 ਗਾਣੇ ਆ ਮੇਰੇ ਕਿਸੇ ਕੰਪਨੀ ਨਾਲ, ਬਹੁਤ ਪੁਰਾਣੀ ਡੀਲ ਹੋਈ ਸੀ, ਜਦੋਂ ਉਹਨੂੰ ਧਰਨਾ ਚੱਲ ਪਿਆ, ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਬਾਈ ਜੀ ਤੁਸੀਂ ਇਹਨਾਂ ਨੂੰ ਰੋਕ ਲਓ, ਆਪਾਂ ਅੱਗੇ ਰਿਲੀਜ਼ ਕਰ ਲਾਂਗੇ। ਹੁਣ 9 ਮਹੀਨੇ ਤੱਕ ਮੈਂ ਉਹਨਾਂ ਨੂੰ ਖਿੱਚ ਕੇ ਲੈ ਆਇਆ, ਪਰ ਹੁਣ ਸਡਨਲੀ ਕੰਪਨੀ ਇਹ ਗੱਲ ਕਹਿੰਦੀ ਆ ਕਿ ਬਾਈ ਜੀ ਸਾਡੇ ਪੈਸੇ ਇਨਵੈਸਟ ਹੋਏ ਆ, ਅਸੀਂ ਤੁਹਾਨੂੰ ਪੇ ਕੀਤਾ ਹੋਇਆ, ਤੁਸੀਂ ਰਿਲੀਜ਼ ਕਰਨਾ, ਸ਼ੇਅਰ ਕਰਨਾ, ਨਹੀਂ ਕਰਨਾ, ਸਾਨੂੰ ਉਹਦੇ ਤੋਂ ਕੋਈ ਲੈਣਾ ਦੇਣਾ ਨਹੀਂ। ਜਿੱਥੋਂ ਤੱਕ ਮੈਂ ਖਿੱਚ ਸਕਦਾ ਸੀ ਮੈਂ ਉਹ ਖਿੱਚਿਆ। ਹੁਣ ਉਹ ਕੰਪਨੀ ਕਹਿ ਰਹੀ ਹੈ ਵੀ ਅਸੀਂ ਗਾਣੇ ਰਿਲੀਜ਼ ਕਰਾਂਗੇ। ਮੈਂ ਹੁਣ ਵੀ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਬਾਈ ਜੀ ਤੁਸੀਂ ਰੁਕ ਜਾਓ, ਆਪਾਂ ਕੋਈ ਸਾਡਾ ਜਿੱਤ ਹਾਰ ਡਿਸੀਜਨ ਆਵੇ, ਅਸੀਂ ਅੱਗੇ ਕਰ ਲਾਂਗੇ, ਕਿਉਂਕਿ ਇੱਕ ਰੁਜ਼ਗਾਰ ਦੇ ਤੌਰ ਤੇ ਵੀ ਸਾਡਾ ਕਿੱਤਾ ਵੀ ਹੈ ਇਹ। ਪਰ ਹੁਣ ਨਹੀਂ ਕੰਪਨੀ ਮੰਨ ਰਹੀ, ਤਾਂ ਉੱਥੇ ਇਹ ਨਹੀਂ ਹੈਗਾ ਕਿ ਮੈਂ ਗਦਾਰ ਹੋ ਜਾਊਂਗਾ ਜਾਂ ਮੈਂ ਜਾਣਬੁੱਝ ਕੇ ਇਹ ਚੀਜ਼ਾਂ ਕੀਤੀਆਂ। ਕਈ ਚੀਜ਼ਾਂ ਕੰਟਰੈਕਟ ਹੁੰਦੇ ਨੇ। ਐਮੀ ਵਿਰਕ ਦੇ ਨਾਲ ਤਾਂ 120 ਕਰੋੜ ਰੁਪਏ ਦਾ ਕੰਟਰੈਕਟ ਹੋਇਆ। ਤੁਸੀਂ ਨਹੀਂ ਉਹਨੂੰ ਚੀਜ਼ ਨੂੰ ਪ੍ਰਮੋਟ ਕਰੋਗੇ, ਤੁਸੀਂ ਨਹੀਂ ਉਹਦਾ ਹਿੱਸਾ ਬਣੋਗੇ, ਜਦੋਂ ਤੁਹਾਡੇ ਤੇ ਉਹਨਾਂ ਨੇ ਮੁਆਵਜ਼ਾ ਪਾਤਾ, ਮੁਆਵਜ਼ੇ ਨਾਲੋਂ ਵੱਡਾ ਤੁਹਾਡਾ ਕੈਰੀਅਰ ਆ, ਤੁਹਾਨੂੰ ਖਤਮ ਕਰਕੇ ਘਰੇ ਬਿਠਾ ਦੇਣਗੇ। ਕਿਉਂਕਿ ਹਰ ਇੱਕ ਬੰਦਾ ਜਦੋਂ ਆਪਦੀ ਜ਼ਿੰਦਗੀ 'ਚ ਕਿਸੇ ਮੁਕਾਮ ਤੇ ਆਉਂਦਾ, ਉਹਦੇ ਪਿੱਛੇ ਉਹਦੀ ਬਹੁਤ ਸਟਰਗਲ ਹੁੰਦੀ ਹੈ। ਸਾਡੀ ਇਸ ਧਰਨੇ ਨਾਲ ਵੀ ਜੋੜ ਲਈਏ, ਅਸੀਂ ਪੰਜਾਬ ਦੇ ਯੂਥ ਨੇ ਕਿਵੇਂ ਬੈਰੀਗੇਟ ਪੱਟ ਕੇ, ਕਿੰਨੀ ਸਟਰਗਲ ਹੈ ਜਿਹੜੀ ਅੱਜ ਤੱਕ ਵੀ ਸਾਡੇ ਬਜ਼ੁਰਗ ਵੀ ਚੱਲ ਰਹੇ ਆ ਨਾ, ਕਿ ਤੁਸੀਂ ਸਟਰਗਲ ਕੀਤੀ, ਅੱਜ ਫੇਸ ਬਣਿਆ, ਲੋਕ ਸੁਣਦੇ ਤਾਂ ਇਹਨਾਂ ਨੇ, ਤਾਂ ਆਮ ਬੰਦੇ ਨੂੰ ਤਾਂ ਕੋਈ ਕੌਣ ਸੁਣਦਾ, ਕਿਉਂਕਿ ਫੇਸ ਵੈਲਿਊ ਨਹੀਂ ਰਹਿ ਜੂਗੀ ਤਾਂ ਫਿਰ ਰਹਿ ਕੀ ਜਾਊਗਾ। ਉਹ ਕਿਤੇ ਨਾ ਕਿਤੇ ਤਾਂ ਕੰਮ ਨਾਲ ਹੀ ਹੈ ਨਾ, ਉਹ ਚਾਹੇ ਕਿਸਾਨੀ ਵਾਲੇ ਗੀਤਾਂ ਨਾਲ ਹੈ। ਹਾਂ ਠੀਕ ਆ, ਸਾਡਾ ਫਰਜ਼ ਸੀ, ਅਸੀਂ ਕੀਤਾ ਤੇ ਅਸੀਂ ਅੱਗੇ ਵੀ ਕਰਾਂਗੇ। ਪਰ ਲੋਕਾਂ ਨੂੰ ਵੀ ਥੋੜਾ ਬਹੁਤਾ ਇਹ ਸਮਝਣਾ ਚਾਹੀਦਾ ਹੈ, ਸਾਡੇ ਚਲੋ ਸਾਰੇ ਸਤਿਕਾਰਯੋਗ ਨੇ ਭਰਾ ਨੇ, ਕਿ ਜਿਹੜੇ ਕੰਟਰੈਕਟ ਹੋ ਜਾਂਦੇ ਆ ਉਹ ਵੀ ਇੱਕ ਪਾਰਟ ਹੈ। ਤਾਂ ਹੁਣ ਦੇਖੋ, ਸਾਡੇ ਗਾਣਿਆਂ ਤੇ ਤਾਂ ਮੁੱਦਾ ਚੱਲ ਰਿਹਾ ਤੇ ਸਾਡੇ ਤਾਂ ਬਿਜਲੀ ਵਾਲੇ ਵੀ ਸਮਝੌਤੇ ਹੋਏ ਆ, ਸਾਨੂੰ 11 ਰੁਪਏ ਯੂਨਿਟ ਲੈਣੀ ਪੈਂਦੀ ਹੈ। ਫਿਰ ਉਹਨਾਂ ਦੇ ਮੁੱਦਿਆਂ ਤੇ ਅਸੀਂ ਅੱਜ ਤੱਕ ਕਦੇ ਜ਼ਿਕਰ ਨਹੀਂ ਕੀਤਾ, ਅੱਜ ਤੱਕ ਅਸੀਂ ਕਦੇ ਉਹਨਾਂ ਦੇ ਤਾਂ ਪੁਤਲੇ ਸਾੜੇ ਨਹੀਂ ਹੈਗੇ। ਸੋ ਜਦੋਂ ਇਹ ਮਤਲਬ ਡਬਲ ਸਟੈਂਡਰਡ ਗੱਲ ਨਹੀਂ ਕਰਨੀ ਚਾਹੀਦੀ। ਹਰ ਇੱਕ ਮੁੱਦੇ ਤੇ ਜਦੋਂ ਤੁਸੀਂ ਕੋਈ ਪੁਤਲੇ ਫੂਕਦੇ ਹੋ, ਗੱਲ ਕਰਦੇ ਹੋ, ਤਾਂ ਤੁਹਾਨੂੰ ਦੋਨੇ ਧਿਰਾਂ ਨੂੰ ਬਰਾਬਰ ਹਰ ਇੱਕ ਪੱਖ ਨੂੰ ਰੱਖਣਾ ਚਾਹੀਦਾ। ਉਹ ਪੰਜਾਬ ਦੀ ਗੱਲ ਹੈ, ਅਸੀਂ ਕਿੰਨੀ ਮਹਿੰਗੀ ਬਿਜਲੀ ਲੈਂਦੇ ਹਾਂ, ਤਾਂ ਗੌਰਮੈਂਟ ਦੇ ਖਿਲਾਫ ਜਿਹੜਾ ਧਰਨਾ ਲੋਕਾਂ ਨੂੰ ਸੜਕਾਂ ਤੇ ਆ ਕੇ ਲਾਉਣਾ ਚਾਹੀਦਾ। ਚਲੋ ਲਾ ਵੀ ਰਹੇ ਆ, ਹੁਣ ਸਾਡਾ ਉਹ ਕੈਰੀਅਰ ਹੈ, ਸਾਡਾ ਕਿੱਤਾ ਹੈ, ਸਾਡਾ ਕੰਮ ਹੈ, ਸਾਡਾ ਉਹਦੇ ਨਾਲ ਰੁਜ਼ਗਾਰ ਚੱਲਦਾ, ਘਰ ਚੱਲਦਾ, ਪਰਿਵਾਰ ਚੱਲਦਾ, ਹੋਰ ਬੜੀਆਂ ਚੀਜ਼ਾਂ ਨੇ। ਅਸੀਂ 9 ਮਹੀਨੇ ਤੱਕ, 9 ਮਹੀਨੇ ਬਹੁਤ ਇੱਕ ਲੰਬਾ ਪੀਰੀਅਡ ਹੁੰਦਾ, ਹੋਲਡ ਕਰਕੇ ਵੀ ਰੱਖਿਆ।
ਐਮੀ ਨੇ ਚਲੋ ਫਿਲਮਾਂ ਅਸੀਂ ਪਿੱਛੇ ਚਲੋ ਰਿਲੀਜ਼ ਕਰਤੀਆਂ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਐਮੀ ਜਾਂ ਮੈਂ ਕਿਸਾਨਾਂ ਦੇ ਨਾਲ ਨਹੀਂ ਹੈਗਾ, ਅਸੀਂ ਗਦਾਰ ਹੋ ਗਏ। ਇਹ ਮਾਨਸਿਕਤਾ ਸਾਨੂੰ ਚੇਂਜ ਕਰਨੀ ਪਊਗੀ। ਸਾਨੂੰ ਸਭ ਨੂੰ ਇੱਕ ਹੋ ਕੇ ਸਾਂਝੀ ਇਹ ਲੜਾਈ ਲੜਨੀ ਪਊਗੀ, ਤਾਂ ਹੀ ਅਸੀਂ ਉਹਨਾਂ ਤੇ ਕਾਰਪੋਰੇਟ ਤੇ ਜਿੱਤ ਪਾ ਸਕਾਂਗੇ। ਸਾਰੇ ਅਸੀਂ ਭਰਾ ਹੈ, ਚਾਹੇ ਉਹ ਪੰਜਾਬ ਹੋਵੇ ਚਾਹੇ ਹਰਿਆਣਾ ਹੋਵੇ, ਏਕੇ ਦੀ ਲੜਾਈ ਲੜੀਏ। ਕਿਸੇ ਦਾ ਕੋਈ ਗਾਣਾ ਆ ਗਿਆ ਜਾਂ ਕਿਸੇ ਦੀ ਕੋਈ ਫਿਲਮ ਆ ਗਈ, ਉਹ ਪੁਰਾਣੇ ਐਗਰੀਮੈਂਟ ਨੇ। ਮੈਂ ਅੱਜ ਰਿਲਾਇੰਸ ਨਾਲ ਫਿਲਮ ਜਾਂ ਕਰੂੰਗਾ ਜਾਂ ਮੈਂ ਕਿਸੇ ਦੇ ਸ਼ੋਅ ਤੇ ਜਾਊਂਗਾ ਤਾਂ ਮੇਰਾ ਬਾਈਕਾਟ ਬਿਲਕੁਲ ਹੋਣਾ ਚਾਹੀਦਾ। ਐਮੀ ਕਰੂਗਾ ਤਾਂ ਉਹਦਾ ਬਾਈਕਾਟ ਬਿਲਕੁਲ ਹੋਣਾ ਚਾਹੀਦਾ। ਪਰ ਜਿਹੜੀਆਂ ਚੀਜ਼ਾਂ ਪੁਰਾਣੀਆਂ ਹੋਈਆਂ ਨੇ ਉਹਨਾਂ ਤੇ ਸਾਨੂੰ ਸੋਚਣਾ ਚਾਹੀਦਾ ਕਿ ਅਸੀਂ ਵੀ ਪਹਿਲਾਂ ਰਿਲਾਇੰਸ ਦੇ ਪੰਪਾਂ ਤੋਂ ਤੇਲ ਪਾਉਂਦੇ ਸੀ। ਇਦਾਂ ਕਿਸੇ ਦਾ ਵਿਰੋਧ ਕਰਨਾ ਮੈਨੂੰ ਨਹੀਂ ਲੱਗਦਾ ਕਿ ਸਾਡੀ ਕੌਮ 'ਚ ਜਾਂ ਸਾਡੇ ਸੁਭਾਅ 'ਚ ਹੈ ਜੀ। ਬਹੁਤ ਮਿਹਰਬਾਨੀ, ਥੈਂਕ ਯੂ। ਜਸ ਬਾਜਵਾ ਹੁਣੀ ਸਾਡੇ ਨਾਲ ਮੌਜੂਦ ਸੀ। तमाम ਚੀਜ਼ਾਂ ਨੂੰ ਲੈ ਕੇ ਜਸ ਬਾਜਵਾ ਹੁਣਾਂ ਦੇ ਨਾਲ ਗੱਲ ਹੋਈ ਹੈ। ਜਸ ਬਾਜਵਾ ਕਹਿ ਰਹੇ ਨੇ ਕਿ ਜਿਹੜੇ ਮੁੱਦੇ ਨੇ, ਅਸਲ ਮੁੱਦਿਆਂ ਤੇ ਰਾਜਨੀਤੀ ਹੋਣੀ ਚਾਹੀਦੀ ਹੈ, ਅਸਲ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਹੈ, ਅਸਲ ਮੁੱਦਿਆਂ ਤੇ ਚਰਚਾ ਹੋਣੀ ਚਾਹੀਦੀ ਹੈ। ਔਰ ਨਾਲ ਹੀ ਸਿੱਧੇ ਤੌਰ ਤੇ ਐਮਏ ਵਿਰਕ ਹੁਣਾਂ ਨੇ ਪੰਜਾਬ ਦੇ ਸਿਆਸੀ ਲੀਡਰਾਂ ਨੂੰ ਵੀ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਮੁੱਦਿਆਂ ਤੇ ਗੱਲ ਕੀਤੀ ਜਾਵੇ। ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਲੋਕ ਸਵਾਲ ਵੀ ਕਰਨ ਲੀਡਰਾਂ ਤੋਂ, ਤੇ ਨਾਲ ਹੀ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਵੀ ਅਪੀਲ ਕੀਤੀ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਉਹ ਇੰਟਰਵੀਨ ਜ਼ਰੂਰ ਕਰਨ। ਐਮਏ ਵਿਰਕ ਦੇ ਮੁੱਦੇ ਤੇ ਵੀ ਜਸ ਬਾਜਵਾ ਖੁੱਲ੍ਹ ਕੇ ਬੋਲੇ। ਉਹ ਕਹਿੰਦੇ ਕਿ ਪੁਰਾਣੇ ਐਗਰੀਮੈਂਟ ਸੀ ਔਰ ਐਮਏ ਵਿਰਕ ਤੋਂ ਜੇ ਕੋਈ ਨਵੀਂ ਵੀ ਗਲਤੀ ਹੋਈ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਕਿ ਉਸ ਨੂੰ ਮਾਫ ਕਰ ਦਿੱਤਾ ਜਾਏ। ਕੈਮਰਾ ਪਰਸਨ ਮਨਪ੍ਰੀਤ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ।